ਅੱਜ ਦੀ ਕਲਾਸ ਵਿੱਚ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਨੂੰ ਡਿਸਕਸ ਕਰਨ ਜਾ ਰਹੇ ਹਾਂ। ਇਹ ਟੌਪਿਕ ਤੁਹਾਡੇ ਪੀਐਸਟੈਟ ਪੇਪਰ 1 ਐਂਡ ਪੇਪਰ 2 ਦੋਨਾਂ ਲਈ ਹੀ ਯੂਸਫੁਲ ਹੈ। ਸੋ ਜੇਕਰ ਤੁਸੀਂ 20 ਦਿਨਾਂ ਵਿੱਚ ਪੀਐਸਟੈਟ ਦਾ ਪੇਪਰ ਕਲੀਅਰ ਕਰਨਾ ਚਾਹੁੰਦੇ ਹੋ ਤੇ ਤੁਸੀਂ ਇਹਨਾਂ ਵੀਡੀਓਜ਼ ਨੂੰ ਬੜੇ ਹੀ ਧਿਆਨ ਨਾਲ ਸੁਣਨਾ ਹੈ ਐਂਡ ਆਪਣੀ ਜਿਹੜੀ ਪਲੇਲਿਸਟ ਬਣੀ ਹੋਈ ਹੈ ਸੀਡੀਪੀ ਦੀ ਉੱਥੇ ਵਾਲੇ ਸਾਰੇ ਟੌਪਿਕਸ ਵੀ ਸਮਝਣੇ ਨੇ। ਐਂਡ ਇਸ ਟੌਪਿਕ ਦੇ ਵਿੱਚੋਂ ਤੁਹਾਨੂੰ ਐਸਐਸਟੀ ਦੇ ਵਿੱਚ, ਸਾਇੰਸ ਦੇ ਵਿੱਚ, ਅੰਗਰੇਜ਼ੀ ਪੈਡਾਗੋਜੀ ਦੇ ਵਿੱਚ ਐਂਡ ਕਦੇ-ਕਦਾਏ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਵਾਲੇ ਸੈਕਸ਼ਨ ਵਿੱਚ ਵੀ ਪ੍ਰਸ਼ਨ ਪੁੱਛ ਲਏ ਜਾਂਦੇ ਆ। ਓਵਰਆਲ ਕਹਿ ਸਕਦੇ ਹਾਂ ਕਿਸੇ ਵੀ ਸੈਕਸ਼ਨ ਵਿੱਚ ਸਬਜੈਕਟ ਨੂੰ ਰਿਲੇਟ ਕਰਕੇ ਇਸ ਟੌਪਿਕ ਵਿੱਚੋਂ ਪ੍ਰਸ਼ਨ ਬਣ ਜਾਂਦੇ ਹੁੰਦੇ ਆ। ਸੋ ਇਹ ਟੌਪਿਕ ਕਾਫੀ ਇੰਪੋਰਟੈਂਟ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਆਪਣੀ ਕਲਾਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਐਂਡ ਇਸ ਵੀਡੀਓ ਨੂੰ ਲਾਈਕ ਵੀ ਕਰ ਦਿਓ। ਗੱਲ ਕਰ ਰਹੇ ਹਾਂ CCE ਦੀ, ਇਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਕਹਿੰਦੇ ਆ CCE ਦੀ ਫੁੱਲ ਫਾਰਮ ਕੀ ਹੈ ਜੀ? ਇਹਦੀ ਫੁੱਲ ਫਾਰਮ ਹੈਗੀ ਹੈ ਜੀ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ। ਇਹ ਇੱਕ ਇਹੋ ਜਿਹਾ ਮੁਲਾਂਕਣ ਕਰਨ ਦਾ ਤਰੀਕਾ ਹੈਗਾ ਆ ਜਿਹੜਾ ਕਿ ਸਕੂਲਾਂ ਵਿੱਚ ਵਰਤਿਆ ਜਾਂਦਾ ਹੈ, ਸਪੈਸ਼ਲੀ CBSE ਸਕੂਲ ਦੇ ਵਿੱਚ, ਜਿਹਦੇ ਵਿੱਚ ਬੱਚਿਆਂ ਦਾ ਜਿਹੜਾ ਮੁਲਾਂਕਣ ਹੈ ਉਹ ਸਾਰਾ ਸਾਲ ਕੀਤਾ ਜਾਂਦਾ, ਸਿਰਫ ਪ੍ਰੀਖਿਆਵਾਂ ਦੇ ਥਰੂ ਨਹੀਂ। ਮਤਲਬ ਆਪਾਂ ਬੱਚਿਆਂ ਦਾ ਮੁਲਾਂਕਣ ਕਰਨ ਲਈ ਮੇਨ ਕਿਹੜੀਆਂ ਗੱਲਾਂ ਨੂੰ ਅਪਣਾਉਂਦੇ ਆ? ਆਪਾਂ ਬੱਚੇ ਤੋਂ ਟੈਸਟ ਲੈ ਲੈਂਦੇ ਆ ਸਾਲ ਦੇ ਐਂਡ ਵਿੱਚ। ਬਟ CCE ਭਾਵ ਕੰਟੀਨਿਊਅਸ ਐਂਡ ਕੰਪਰੀਹੈਂਸਿਵ ਇਵੈਲੂਏਸ਼ਨ ਦੇ ਵਿੱਚ ਆਪਾਂ ਸਾਰਾ ਸਾਲ ਹੀ ਬੱਚਿਆਂ ਦਾ ਜਿਹੜਾ ਮੁਲਾਂਕਣ ਹੈਗਾ ਆ ਜੀ ਉਹ ਕਰਦੇ ਰਹਿੰਦੇ ਆ। ਐਂਡ ਇਹ ਮੁਲਾਂਕਣ ਆਪਾਂ ਕਰਦੇ ਕਿਵੇਂ ਆ ਜੀ? ਡਿਫਰੈਂਟ ਫਾਰਮਸ ਆਫ ਅਸੈਸਮੈਂਟ ਨਾਲ। ਕਿਹੜੀ ਅਸੈਸਮੈਂਟ ਹੋ ਸਕਦੀ ਹੈ ਜੀ? ਜਿਵੇਂ ਕਿ ਕੁਝ ਫਾਰਮੈਟਿਵ ਅਸੈਸਮੈਂਟਸ ਹੁੰਦੀਆਂ ਨੇ, ਸਮੈਟਿਵ ਅਸੈਸਮੈਂਟਸ ਹੁੰਦੀਆਂ ਨੇ ਐਂਡ ਉਹਨਾਂ ਵਿੱਚ ਵੀ ਆਪਾਂ ਮੇਨਲੀ ਐਡ ਕਰਦੇ ਆ ਕੁਇਜ਼ਸ ਨੂੰ। ਕੁਇਜ਼ਸ ਜਿਹੜੀਆਂ ਹੁੰਦੀਆਂ ਨੇ ਜੀ ਆਪਾਂ ਪ੍ਰਸ਼ਨ ਵਗੈਰਾ ਪਾ ਦਿੰਨੇ ਆ, ਬੱਚਿਆਂ ਨੂੰ ਪ੍ਰਸ਼ਨ ਪੁੱਛ ਲੈਂਦੇ ਆ, ਕੋਈ ਬੱਚਿਆਂ ਨੂੰ ਆਪਾਂ ਪ੍ਰੋਜੈਕਟ ਵਰਕ ਵਗੈਰਾ ਦੇ ਦਿੰਨੇ ਆ, ਪ੍ਰੈਜੈਂਟੇਸ਼ਨ ਕਰਨ ਨੂੰ ਦਿੰਨੇ ਆ। ਪ੍ਰੈਜੈਂਟੇਸ਼ਨ ਦੇ ਨਾਲ ਆਪਾਂ ਬੱਚਿਆਂ ਦੀ ਜਿਹੜੀ ਪਾਰਟਿਸਿਪੇਸ਼ਨ ਹੈਗੀ ਆ ਕਲਾਸ ਦੇ ਵਿੱਚ ਉਹ ਵਧਾਉਣ ਦੀ ਕੋਸ਼ਿਸ਼ ਕਰਦੇ ਆ। ਓਵਰਆਲ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਇੱਥੇ ਬੱਚਿਆਂ ਨੂੰ ਮੋਟੀਵੇਟ ਕਰਦੇ ਆ, ਫੀਡਬੈਕ ਦਿੰਨੇ ਆ ਰੈਗੂਲਰ ਬੇਸਿਸ ਤੇ, ਜਿਹਦੇ ਨਾਲ ਬੱਚੇ ਵਿੱਚ ਜਿਹੜੀ ਵੀ ਕਮੀ ਪੇਸ਼ੀ ਵੇਖਣ ਨੂੰ ਮਿਲੇ ਉਹਨਾਂ ਨੂੰ ਦੂਰ ਕੀਤਾ ਜਾ ਸਕੇ। ਇਹਨੂੰ ਹੀ ਆਪਾਂ ਕਹਿੰਦੇ ਆ ਜੀ CCE। ਐਂਡ ਇਹਦੇ ਵਿੱਚ ਬੱਚਿਆਂ ਦੇ ਵਿੱਚ ਕਿਹੜੀਆਂ ਕਮੀਆਂ ਪਾਈਆਂ ਜਾਂਦੀਆਂ ਨੇ, ਉਹਦੀਆਂ ਸਟਰੈਂਥ ਕੀ ਨੇ। ਜਦੋਂ ਕੋਈ ਬੱਚਾ ਕਿਸੇ ਸਪੈਸੀਫਿਕ ਸਬਜੈਕਟ ਵਿੱਚ ਸਟਰੈਂਥ ਹੈਗੀ ਆ ਉਹਦੀ, ਤੇ ਆਪਾਂ ਉਸ ਸਬਜੈਕਟ ਨੂੰ ਹੋਰ ਜ਼ਿਆਦਾ ਸਟਰੋਂਗ ਕਿਵੇਂ ਬਣਾ ਸਕਦੇ ਆ। ਜੇਕਰ ਕੋਈ ਬੱਚਾ ਕਿਸੇ ਸਬਜੈਕਟ ਵਿੱਚ ਵੀਕ ਹੈ, ਸਲੋ ਲਰਨਰ ਹੈ, ਤੇ ਆਪਾਂ ਉਹਦੀਆਂ ਕਮੀਆਂ ਨੂੰ ਦੂਰ ਕਰਕੇ ਉਸ ਸਬਜੈਕਟ ਵਿੱਚ ਕਿਵੇਂ ਵਧੀਆ ਕਰ ਸਕਦੇ ਆ। ਇਹੀ ਮੇਨ ਮੋਟਿਵ ਹੈਗਾ ਜੀ CCE ਦਾ, ਕੰਟੀਨਿਊਅਸ ਕੰਪਰੀਹੈਂਸਿਵ ਇਵੈਲੂਏਸ਼ਨ ਦਾ। ਗੱਲ ਕਰਦੇ ਆ ਕਿ ਇਹਦੇ ਜਿਹੜੇ ਕੀ ਫੀਚਰਸ ਨੇ, ਜਿਹੜੀਆਂ ਵਿਸ਼ੇਸ਼ਤਾਵਾਂ ਨੇ CCE ਦੀਆਂ, ਇਹਦੇ ਬਾਰੇ ਵੀ ਆਪਾਂ ਡਿਸਕਸ ਕਰ ਲੈਨੇ ਆ ਕਿ ਇੱਥੇ ਤੁਹਾਨੂੰ 4 ਜਿਹੜੇ ਕੀ ਫੀਚਰਸ ਨੇ ਜੀ ਇਹ ਵੇਖਣ ਨੂੰ ਮਿਲਦੇ ਆ। ਕੰਟੀਨਿਊਅਸ ਅਸੈਸਮੈਂਟ ਹੁੰਦੀ ਹੈ, ਮਲਟੀਪਲ ਅਸੈਸਮੈਂਟ ਹੁੰਦੀ ਹੈ, ਕੰਪਰੀਹੈਂਸਿਵ ਇਵੈਲੂਏਸ਼ਨ ਹੁੰਦੀ ਹੈ ਐਂਡ ਇਹਦੇ ਵਿੱਚ ਫੀਡਬੈਕ ਵੀ ਆਪਾਂ ਐਡ ਕਰਦੇ ਆ। ਇਹਨਾਂ ਨੂੰ ਵੀ ਆਪਾਂ ਸਮਝ ਲੈਨੇ ਆ। ਕੰਟੀਨਿਊਅਸ ਅਸੈਸਮੈਂਟ ਦਾ ਕੀ ਭਾਵ ਹੈ ਕਿ ਇਹ ਨਿਰੰਤਰ ਚੱਲਦੀ ਰਹਿੰਦੀ ਪ੍ਰਕਿਰਿਆ ਹੈਗੀ ਆ। CCE ਕੀ ਹੈਗੀ ਆ ਜੀ? ਇਹ ਨਿਰੰਤਰ ਚੱਲਦੀ ਰਹਿੰਦੀ ਪ੍ਰਕਿਰਿਆ ਹੈਗੀ ਆ, ਜਿਹਦੇ ਵਿੱਚ ਆਪਾਂ ਬੱਚਿਆਂ ਦੇ ਲਰਨਿੰਗ ਪ੍ਰੋਗਰੈਸ ਨੂੰ ਐਕਸੈਸ ਕਰਦੇ ਰਹਿੰਦੇ ਆ। ਬੱਚਿਆਂ ਦਾ ਜਿਹੜਾ ਵੀ ਲਰਨਿੰਗ ਪ੍ਰੋਸੈਸ ਜਿਹੜੀ ਚੱਲ ਰਹੀ ਹੈ ਐਂਡ ਇਹਦੇ ਵਿੱਚ ਆਪਾਂ ਕਰਦੇ ਕੀ ਆ? ਇਹਦੇ ਵਿੱਚ ਬੱਚਿਆਂ ਦਾ ਨਾ ਸਿਰਫ ਇੱਕ ਟੈਸਟ ਤੇ ਆਪਾਂ ਕੀ ਕਰਦੇ ਆ ਜੀ ਡਿਪੈਂਡੈਂਟ ਨਹੀਂ ਰਹਿੰਦੇ। ਆਪਾਂ ਸਾਰਾ ਸਾਲ ਵੇਟ ਨਹੀਂ ਕਰਦੇ, ਸਾਲ ਦੇ ਐਂਡ ਦੇ ਆਪਾਂ ਟੈਸਟ ਲੈਣੇ ਹੀ ਆ, ਬਟ ਉਸ ਤੋਂ ਪਹਿਲਾਂ ਵੀ ਆਪਾਂ ਕਾਫੀ ਸਾਰੇ ਜਿਹੜੇ ਫਾਰਮੈਟਿਵ ਟੈਸਟ ਨੇ ਜੀ ਉਹ ਵੀ ਲੈ ਲੈਣੇ ਆ। ਜਿਵੇਂ ਅੱਜ ਕੱਲ ਬਾਈ ਮੰਥਲੀ ਟੈਸਟ ਵੀ ਪੰਜਾਬ ਵਿੱਚ ਲੈ ਜਾ ਰਹੇ ਆ। ਸੋ ਇਹ ਕਿਹਦਾ ਪਾਰਟ ਹੈਗਾ? ਇਹ CCE ਦਾ ਹੀ ਕਿਤੇ ਨਾ ਕਿਤੇ ਪਾਰਟ ਹੈ। ਸੋ ਇਹਨੂੰ ਆਪਾਂ ਕੰਟੀਨਿਊਅਸ ਕਹਿੰਦੇ ਆ ਕਿ ਇਹ ਲਗਾਤਾਰ ਚੱਲਦੀ ਰਹਿੰਦੀ ਹੈ ਜਿਹੜੀ ਇਹ ਅਸੈਸਮੈਂਟ ਹੈਗੀ ਆ। ਦੂਸਰੇ ਨੰਬਰ ਤੇ ਹੈ ਜੀ ਮਲਟੀਪਲ ਅਸੈਸਮੈਂਟ। ਮਲਟੀਪਲ ਅਸੈਸਮੈਂਟ ਦਾ ਭਾਵ ਇਹ ਹੈ ਕਿ ਇਹਦੇ ਵਿੱਚ ਆਪਾਂ ਕਿੰਨੀਆਂ ਸਾਰੀਆਂ ਅਸੈਸਮੈਂਟ ਨੂੰ ਐਡ ਕਰ ਦਿੰਨੇ ਆ। ਜਿਵੇਂ ਕਿ ਤੁਸੀਂ ਸੁਣਿਆ ਹੋਊਗਾ ਫਾਰਮੈਟਿਵ ਅਸੈਸਮੈਂਟ ਬਾਰੇ, ਆਪਾਂ ਇਹਦੇ ਵਿੱਚ ਫਾਰਮੈਟਿਵ ਅਸੈਸਮੈਂਟ ਕਰਦੇ ਆ। ਫਾਰਮੈਟਿਵ ਅਸੈਸਮੈਂਟ ਵਿੱਚ ਹੁੰਦਾ ਕੀ ਹੈ ਕਿ ਜਦੋਂ ਤੁਸੀਂ ਬੱਚਿਆਂ ਨੂੰ ਨਾਲ ਦੇ ਨਾਲ ਫੀਡਬੈਕ ਦੇ ਦਿੰਦੇ ਹੋ ਕਿ ਮੰਨ ਲਓ ਕੋਈ ਤੁਸੀਂ ਬੱਚਿਆਂ ਨੂੰ ਯੂਨਿਟ ਪੜ੍ਹਾਈ, ਕੋਈ ਚੈਪਟਰ ਪੜ੍ਹਾਇਆ, ਉਹ ਚੈਪਟਰ ਪੜ੍ਹਾਉਣ ਤੋਂ ਬਾਅਦ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਕਿ ਬੱਚਿਆਂ ਨੇ ਕਿੰਨਾ ਕੁ ਸਮਝ ਲਿਆ, ਉਹਨੂੰ ਆਪਾਂ ਫਾਰਮੈਟਿਵ ਅਸੈਸਮੈਂਟ ਕਹਿੰਦੇ ਆ। ਕਿ ਜਦੋਂ ਤੁਸੀਂ ਬੱਚਿਆਂ ਨੂੰ ਉਹ ਟੌਪਿਕ ਪੜ੍ਹਾਤਾ, ਬੱਚਿਆਂ ਤੋਂ ਤੁਸੀਂ ਟੈਸਟ ਲੈ ਰਹੇ ਹੋ ਸਿਰਫ ਇਹ ਵੇਖਣ ਲਈ ਕਿ ਬੱਚੇ ਨੂੰ ਕਿਹੜੀਆਂ ਚੀਜ਼ਾਂ ਨਹੀਂ ਸਮਝ ਲੱਗੀਆਂ। ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਬੱਚੇ ਨੂੰ ਇੱਥੋਂ ਸਮਝ ਨਹੀਂ ਲੱਗੀ ਤੇ ਉਹਨੂੰ ਤੁਸੀਂ ਰੈਗੂਲਰ ਬੇਸਿਸ ਤੇ ਫੀਡਬੈਕ ਦੇ ਦਿੰਦੇ ਹੋ ਕਿ ਬੇਟਾ ਇੱਥੋਂ ਤੂੰ ਮਿਹਨਤ ਕਰ ਲੈ, ਇਹ ਵਾਲਾ ਟੌਪਿਕ ਤੈਨੂੰ ਸਮਝ ਨਹੀਂ ਲੱਗਿਆ। ਸੋ ਉਹਨੂੰ ਆਪਾਂ ਕਹਿੰਦੇ ਆ ਜੀ ਫਾਰਮੈਟਿਵ ਅਸੈਸਮੈਂਟ। ਸਮੈਟਿਵ ਅਸੈਸਮੈਂਟ ਜਿਹੜੇ ਕਿ ਸਾਲ ਦੇ ਐਂਡ ਵਿੱਚ ਲਈ ਜਾਂਦੀ ਆ ਜਾਂ ਫਿਰ ਟਰਮ ਦੇ ਐਂਡ ਵਿੱਚ ਲਈ ਜਾਂਦੀ, ਜਿਹੜੇ ਪੇਪਰ ਹੋ ਸਕਦੇ ਨੇ ਜੀ, ਕੋਈ ਹੋਰ ਵੀ ਟੈਸਟ ਹੋ ਸਕਦਾ ਹੈ। ਸੋ ਇਹਨੂੰ ਆਪਾਂ ਸਮੈਟਿਵ ਅਸੈਸਮੈਂਟ ਕਹਿੰਦੇ ਆ।
वैसे तो ये डिटेल वीडियो मैं ऑलरेडी बनाई हुई है, समैटिव असैसमेंट एंड फॉर्मेटिव असैसमेंट। ये लिए तुहानू जाना पऊगा जी PS TET दी CDP वाली प्लेलिस्ट में, उत्थों तुसीं एक्सप्लोर कर लियो। बट अज आपां गल कर रहे हैं CCE दी। जदों आपां CCE दे विच मल्टीपल असैसमेंट की गल करते हैं, इहदे विच किन्नियां तरह दीयां असैसमेंट्स आ जांदियां ने, ते इन्हां सारियां ही असैसमेंट नूं आपां की करदे आ जी, इनकलूड करदे आ बच्चों के कॉम्प्रीहेंसिव पिक्चर लई। कॉम्प्रीहेंसिव पिक्चर की गल आपां जदों करदे आ, इहदा मतलब यह है कि बच्चे का जिहड़ा ओवरऑल डेवलपमेंट हो रहा या फिर नहीं हो रहा, ਉਹਨੂੰ ਚੈੱਕ ਕਰਨ ਲਈ ਆਪਾਂ ਕੀ ਕਰਦੇ ਆ ਜੀ, ਕਿੰਨੀਆਂ ਸਾਰੀਆਂ ਅਸੈਸਮੈਂਟ ਨੂੰ ਇਨਕਲੂਡ ਕਰਦੇ ਆ। ਮਲਟੀਪਲ ਅਸੈਸਮੈਂਟ ਤੁਹਾਨੂੰ ਸਮਝ ਲੱਗ ਗਈ ਹੋਣੀ ਆ, ਕੰਟੀਨਿਊਅਸ ਅਸੈਸਮੈਂਟ ਸਮਝ ਲੱਗ ਗਈ ਹੋਗੀ। ਗੱਲ ਕਰਦੇ ਆ ਜੀ ਕੰਪਰੀਹੈਂਸਿਵ ਇਵੈਲੂਏਸ਼ਨ। ਕੰਪਰੀਹੈਂਸਿਵ ਇਵੈਲੂਏਸ਼ਨ ਦਾ ਭਾਵ ਇਹ ਆ ਕਿ CCE ਦੇ ਥਰੂ ਬੱਚਿਆਂ ਦੇ ਨਾ ਆਪਾਂ ਜਿੰਨੇ ਵੀ ਐਸਪੈਕਟਸ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਲੈ ਕੇ ਆਪਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦੇ ਆ। ਉਹਨਾਂ ਦੀ ਅਕੈਡਮਿਕ ਡਿਟੇਲ ਨੂੰ ਤਾਂ ਧਿਆਨ ਵਿੱਚ ਰੱਖਦੇ ਹੀ ਆ, ਜਿਵੇਂ ਕਿ ਉਹਨਾਂ ਦੇ ਜਿਹੜੇ ਨੰਬਰ ਹੋ ਗਏ, ਉਹ ਨੰਬਰਾਂ ਦੇ ਨਾਲ ਉਹਨਾਂ ਦੇ ਗ੍ਰੇਡਸ ਕੀ ਨੇ ਜੀ, ਬੱਚਾ ਕਿਹੜੀ ਫੀਲਡ ਵਿੱਚ ਵਧੀਆ ਕਰ ਰਿਹਾ, ਉਹਦੇ ਨਾਲ ਨਾਲ ਬੱਚਿਆਂ ਦਾ ਜਿਹੜਾ ਸੋਸ਼ਲ ਐਂਡ ਇਮੋਸ਼ਨਲ ਡਿਵੈਲਪਮੈਂਟ ਕਿਸ ਤਰ੍ਹਾਂ ਹੋ ਰਿਹਾ, ਕਿੱਥੇ ਲੋੜ ਹੈ, ਇਹਨਾਂ ਗੱਲਾਂ ਦਾ ਵੀ ਧਿਆਨ ਰੱਖਦੇ ਆ। ਫੀਡਬੈਕ ਦੀ ਜਦੋਂ ਆਪਾਂ ਗੱਲ ਕਰੀਏ, CCE ਦੇ ਥਰੂ ਬੱਚਿਆਂ ਨੂੰ ਰੈਗੂਲਰ ਫੀਡਬੈਕ ਮਿਲ ਜਾਂਦਾ। ਬੱਚਿਆਂ ਦੇ ਨਾਲ ਨਾਲ ਟੀਚਰਾਂ ਨੂੰ ਵੀ ਫੀਡਬੈਕ ਮਿਲਦਾ ਰਹਿੰਦਾ ਕਿ ਬੱਚਿਆਂ ਨੂੰ ਇਸ ਮੈਥਡ ਨਾਲ ਜ਼ਿਆਦਾ ਤਰੀਕੇ ਨਾਲ, ਵਧੀਆ ਤਰੀਕੇ ਨਾਲ ਸਮਝ ਆ ਰਿਹਾ, ਤੇ ਬੱਚਿਆਂ ਨੂੰ ਇਸ ਤਰੀਕੇ ਨਾਲ, ਬੱਚਿਆਂ ਨੂੰ ਚੰਗੇ ਤਰੀਕੇ ਨਾਲ ਨਹੀਂ ਸਮਝ ਆ ਰਿਹਾ। ਆਪਾਂ ਨੂੰ ਇਹ ਵੀ ਪਤਾ ਲੱਗਦਾ ਕਿ ਬੱਚਾ ਇਸ ਵਿਸ਼ਾ ਵਿੱਚ, ਇਸ ਫੀਲਡ ਵਿੱਚ ਵੀਕ ਹੈ, ਸਲੋ ਹੈ, ਆਪਾਂ ਫਿਰ ਉਸ ਵਾਲੀ ਸਾਈਡ ਤੇ ਮਿਹਨਤ ਕਰਨਾ ਸ਼ੁਰੂ ਕਰ ਦਿੰਨੇ ਆ। ਓਵਰਆਲ ਟੀਚਰਸ ਐਂਡ ਬੱਚਿਆਂ ਲਈ ਆਪਾਂ ਕਹਿ ਸਕਦੇ ਹਾਂ CCE ਕਾਫੀ ਇੰਪੋਰਟੈਂਟ ਹੈ। ਇਹ ਗੱਲ ਤੁਸੀਂ ਸਮਝ ਲਈ ਹੋਣੀ ਆ, ਕੀ ਫੀਚਰ ਸਮਝ ਲੈ ਕਿ CCE ਹੈ ਕੀ, ਬੈਨੀਫਿਟ ਵੀ ਕੁਝ ਹੋਣਗੇ ਜੀ ਐਂਡ ਕੁਝ ਚੈਲੰਜਸ ਵੀ ਹੈਗੇ ਆ, ਇਹ ਵੀ ਸਮਝ ਲੈਣੇ ਆ। ਬੈਨੀਫਿਟ ਕੀ ਹੈ? ਅੱਜ ਦਾ ਐਜੂਕੇਸ਼ਨ ਸਿਸਟਮ ਚਾਈਲਡ ਸੈਂਟਰਡ ਐਜੂਕੇਸ਼ਨ ਸਿਸਟਮ ਹੈ, ਸਟੂਡੈਂਟ ਸੈਂਟਰਡ ਲਰਨਿੰਗ ਵੀ ਕਹਿ ਦਿੰਨੇ ਆਪਾਂ ਉਹਨੂੰ। ਸੋ ਜਿਹੜੀ CCE ਹੈ ਨਾ, ਉਹ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਗਈ ਹੈ ਕਿ ਆਪਾਂ ਬੱਚਿਆਂ ਨੂੰ ਸੈਂਟਰ ਵਿੱਚ ਲੈ ਕੇ ਚੱਲਦੇ ਆ। ਸੋ ਇਹ ਐਨਕਰੇਜ ਕਰਦੀ ਹੈ ਸਟੂਡੈਂਟ ਸੈਂਟਰਡ ਲਰਨਿੰਗ ਨੂੰ ਐਂਡ ਆਈਡੈਂਟੀਫਾਈ ਸਟੂਡੈਂਟ ਸਟਰੈਂਥ ਐਂਡ ਵੀਕਨੈਸ, ਕਿ ਇਹਦੇ ਵਿੱਚ ਆਪਾਂ ਬੱਚਿਆਂ ਦੀ ਜਿਹੜੀਆਂ ਵੀਕਨੈਸ ਨੇ ਜੀ, ਉਹਨਾਂ ਦੀਆਂ ਜਿਹੜੀਆਂ ਸਟਰੈਂਥ ਨੇ, ਉਹ ਕੀ ਕਰ ਸਕਦੇ ਆ ਜੀ, ਆਈਡੈਂਟੀਫਾਈ ਕਰ ਸਕਦੇ ਆ ਐਂਡ ਉਹਨਾਂ ਤੇ ਵਰਕ ਕਰ ਸਕਦੇ ਆ। ਸਪੋਰਟ डिफरेंशिएटेड इंस्ट्रक्शन भाव यह कि मान लो तुहाडी क्लास में कोई इंटैलीजेंट बच्चा हो सकता है, कोई तुहाडी क्लास में स्लो लर्नर हो सकता है। जिहड़ा इंटैलीजेंट बच्चा होएगा ते ओनू आपां की सिर्फ सबजैक्ट दीयां किताबां पढ़ावांगे? बिल्कुल नहीं, आपां ओनू कुछ एडिशनल इन्फॉर्मेशन भी देवांगे, ओनू कोई होर भी रैफरेंस बुक भी देवांगे। सो मतलब यह कि जिहड़े बच्चे इंटैलीजेंट ने, ਜਾਂ ਕਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕਲਾਸ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸਟੂਡੈਂਟ ਵੇਖਣ ਨੂੰ ਮਿਲਦੇ ਨੇ, ਕੁਝ ਇੰਟੈਲੀਜੈਂਟ ਹੁੰਦੇ ਨੇ, ਕੁਝ ਗਿਫਟਡ ਹੁੰਦੇ ਨੇ, ਕੁਝ ਸਲੋ ਲਰਨਰਸ ਹੁੰਦੇ ਨੇ। ਸੋ ਉਹਨਾਂ ਲਈ ਆਪਾਂ ਵੱਖਰਾ ਜਿਹੜਾ ਤਰੀਕਾ ਹੈਗਾ ਜੀ, ਉਹ ਅਪਣਾ ਸਕਦੇ ਹਾਂ। ਰੱਖਣਾ ਉਹਨਾਂ ਨੂੰ ਸੇਮ ਕਲਾਸ ਵਿੱਚ ਹੀ ਹੈ, ਆਪਾਂ ਇਹ ਨਹੀਂ ਕਹਿ ਰਹੇ ਕਿ ਉਹਨਾਂ ਦੀ ਮੈਂਟਲ ਐਬਿਲਿਟੀ ਦੇ ਆਧਾਰ ਤੇ ਉਹਨਾਂ ਨੂੰ ਕੀ ਕਰ ਦੋ, ਵੰਡ ਦੋ। ਵੰਡਣਾ ਨਹੀਂ ਹੈਗਾ, ਬਸ ਉਹਨਾਂ ਨੂੰ ਆਪਾਂ ਵਰਕ ਡਿਫਰੈਂਟ ਦੇ ਸਕਦੇ ਹਾਂ ਉਹਨਾਂ ਦੀ ਮੈਂਟਲ ਕੈਪੇਬਿਲਿਟੀ ਦੇ ਹਿਸਾਬ ਨਾਲ। ਐਂਡ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਰੈਗੂਲਰ ਫੀਡਬੈਕ ਦਿੰਨੇ ਆ ਐਂਡ ਟੀਚਰਸ ਨੂੰ ਵੀ ਰੈਗੂਲਰ ਫੀਡਬੈਕ मिलता रहता है। बच्चे आपदे पेपरां दी जिहड़ी तैयारी हैगी आ जी, वो भी बहुत वधिया तरीके नाल कर सकते हैं जदों आपां CCE की गल करते हैं। जदों आपां बेनिफिट्स की गल कीती ते इहदे कुछ नुकसान भी हो सकते हैं। नुकसान किवें हो सकते हैं? हालांकि तुहाडे पेपर विच नुकसान बारे तां नहीं पुछा जाऊगा, बट ओवरऑल डेवलपमेंट लई, ओवरऑल अंडरस्टैंडिंग लई तुहानूं एक गल समझनी भी जरूरी है कि चैलेंजेस की ने CCE दे। CCE बड़ा ही टाइम कंज्यूमिंग प्रोसैस आ। जो किन्नियां सारियां असैसमेंट जो टीचर के हथ में आ जाएगियां तो जिहड़ा टीचर हैगा जी वो मैक्सिमम टाइम यूज करेगा बच्चों की असैसमेंट लई। सो जिहदे करके कह सकते हैं ये टाइम कंज्यूमिंग प्रोसैस है। रिक्वायर्ड टीचर ट्रेनिंग, कई बार जो टीचर होंगे ने जी वो इन्ने ज़्यादा एलिजिबल नहीं होंगे, भाव कि खास ट्रेनिंग की लोड़ पैंदी है जो भी आप CCE की गल करते हैं। सो ये खास टीचर की ट्रेनिंग की लोड़ पैंदी है। कैन भी सबजैक्टिव का मतलब यह है कि कोई टीचर जो कोई पेपर चैक करता है तो वह पॉइंट ऑफ व्यू, वो जिहड़े बायसिस ने जी, इस दे नाल ही कह सकते हैं कि एक टीचर इक्को टैसट नूं जदों चैक करता है तो वह वक्रे तरीके नाल कर सकता है। जो कोई दूसरा टीचर उस सेम पेपर नूं चैक करूगा तो ये नाल वो समझ सकते हैं कि वह दूसरे तरीके नाल चैक कर सकता है। सो जदों भी आपां कैन भी सबजैक्टिव की गल करते हैं, सो ये इंटरप्रिटेशन भी मैटर करती है। सो ये भी कह सकते हैं कि ये भी कैन भी सबजैक्टिव, ये भी चैलेंजेस है ने जी CCE दे। मे नॉट एक्यूरेटली मेजर ऑल एस्पैक्ट ऑफ लर्निंग, कि लर्निंग के सारे एस्पैक्ट नूं इहदे विच इनकलूड नहीं किया जाता। सो ये सीगी जी तुहाडी छोटी जी क्लास CCE ते टॉपिक काफ़ी इंपॉर्टेंट है। उम्मीद करदा सैशन नूं इंजॉय किया होगा। वीडियो पसंद आई होवे तां लाइक दा बटन प्रेस करियो ही ते नाल कमेंट करके आपदे जिहड़े व्यूज़ ने जी वो भी जरूर दस्सिओ ते एक जिहड़ा लास्ट ते सबसक्राइब बटन होएगा जी वो प्रेस करना बिल्कुल भी ना भुल्लिओ। इस दे नाल ही दिओ इजाजत। थैंक यू सो मच फॉर वॉचिंग। गॉड ब्लैस यू ऑल।